सतनाम श्री वाहिगुरु साहिब जीओ। कर सेवा सेवक प्रभ अपने, जिन मन की इच्छ पुजाई। नानक दास तां कै बलिहारै, जिन पूरन पैज रखाई। सतगुर आयो शरण तुहारी, मिलै सुख नाम हर सोबा। चिंता लाहे हमारी, मैं मूरख की केतक बात है। कोट परादी तरियारे, गुरु नानक जिन सुनिया पेखिया। से फिर कृपास ना परियारे, गुरु नानक जिन सुनिया पेखिया। से फिर कृपास ना परियारे। जुगो जुग अटल चबर छत्र तखत दे मालक, दसां पातशाहियां जी दी जोत हाजर नाजर। श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी। गुरु सवारी गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलां दे नाल मन विरतियां कागर करके जुड़ करके बहन दी कृपालता करिए। समय और सवासां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी सरवण करना करिए। आप संगत ने जो हुण तक लड़ीवार शब्द विचार कथा गुरबाणी सरवण करना कीती, ओ विचार इथों तक सी कि जिस वेले सतगुरु गुरु गोबिंद सिंह महाराज जी ओ पावन पवित्र अस्थान श्री आनंदपुर साहिब की धरती ते विराजमान है। सतगुरु जी बख्शिशां रहमतां इत्थे वरता रहे ने ते सतगुरु जी की कृपा वरती इत्थे असाम तो चल के राजा रतन राय जी सतगुरु जी दे पावन पवित्र सन्मुख पहुंचे आ। जिन्ने सतगुरु जी दे वास्ते बेशुमार कीमती अमुलक वस्तां लिया के अर्पण करन दी विचार बनाई, सतगुरु जी दी बख्शिश रहमत प्राप्त कीती है। हुण सतगुरु जी दी कृपा वरती गुरु गोबिंद सिंह महाराज दे सन्मुख जदों आया, काफी भेटावां लैके आए सिखां ने। ਇਹ ਸਰਵਣ ਕੀਤਾ ਕਿ ਸਤਿਗੁਰੂ ਜੀ ਦੇ ਵਾਸਤੇ ਸਤਿਗੁਰੂ ਜੀ ਨੂੰ ਦੱਸਿਆ ਗਿਆ ਸਾਰੀ ਵਿਚਾਰ, ਸਾਰੀ ਵਿਧੀ, ਸਾਰੀ ਗੱਲਬਾਤ ਕਿ ਸਤਿਗੁਰੂ ਜੀ ਰਤਨ ਰਾਏ ਜੀ ਆਪ ਜੀ ਦੇ ਵਾਸਤੇ 5 ਘੋੜੇ ਮਹਿੰਗੀ ਕੀਮਤ ਦੇ ਲੈ ਕੇ ਆਇਆ, ਪ੍ਰਸਾਦੀ ਹਾਥੀ ਲੈ ਕੇ ਆਇਆ, ਚੰਦਨ ਦੀ ਚੌਂਕੀ ਲੈ ਕੇ ਆਇਆ, 5 ਕਲਾ ਸ਼ਾਸਤਰ ਲੈ ਕੇ ਆਇਆ, ਇੱਕ ਬਹੁਤ ਵਧੀਆ ਸੁੰਦਰ ਪਿਆਲਾ ਲੈ ਕੇ ਆਇਆ, होर बेशुमार कीमती सोने दे कंगण लैके आया। बहुत वधिया उपहार इदां दियां भेटावां लैके आया आप जी दे सन्मुख। ते सतगुरु गुरु गोबिंद सिंह महाराज जी बड़े प्रसन्न होए, बड़े खुश होए। राजा रतन राय ते नाल इह भी बेनती करदा प्यारिओ, जो लड़ीवार कथा विचारां सरवण करने हो, अपना जो चैनल है भाई हरदीप सिंह खुश दिल, इस चैनल नूं वध तो वध सबसक्राइब, लाइक, शेयर, कमेंट करन दी आप संगत दे सन्मुख अर्ज बेनती है। क्योंकि
ਸਤਿਗੁਰ ਦੀ ਕਿਰਪਾ ਦੇ ਨਾਲ ਇਸ ਚੈਨਲ ਦੇ ਜ਼ਰੀਏ ਰੋਜ਼ਾਨਾ ਲੜੀਵਾਰ ਕਥਾ ਵਿਚਾਰਾਂ, ਕਈ ਦਫਾ ਕੀਰਤਨ ਦੀ ਸੇਵਾ ਵੀ ਆਪ ਸੰਗਤ ਤੱਕ ਪਹੁੰਚਦੀ ਕੀਤੀ ਜਾਂਦੀ ਘਰ ਬੈਠਿਆਂ। ਤੇ ਮੈਂ ਨਾਲ ਹੀ ਬੇਨਤੀ ਕਰਦਾ ਪਿਆਰਿਓ, ਸਤਿਗੁਰ ਦੀ ਕਿਰਪਾ ਰਹਿਮਤ ਹੈ, ਆਪ ਸੰਗਤ ਨੂੰ ਘਰ ਬੈਠੇ ਦਾਤ ਪ੍ਰਾਪਤ ਹੋ ਰਹੀ ਹੈ ਸਤਿਗੁਰ ਦੀ। ਤੇ ਸਤਿਗੁਰ ਦੀ ਕਿਰਪਾ ਦੇ ਨਾਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਇਹ ਵੀ ਇੱਕ ਸੇਵਾ ਹੈ, ਕਿਉਂਕਿ ਆਪਾਂ ਸਤਿਗੁਰ ਦੀ ਜਿਹੜੀ ਵਿਚਾਰ ਹੈ ਇਹ ਹੋਰ ਸੰਗਤਾਂ ਤੱਕ ਪਹੁੰਚਾਉਂਦੇ ਹਾਂ, ਹੋਰ ਸੰਗਤਾਂ ਨੂੰ ਜੋੜਨੇ ਆ ਗੁਰੂ ਸਤਿਗੁਰ ਦੀ ਕਿਰਪਾ ਦੇ ਨਾਲ। ਇਹ ਉਪਰਾਲਾ ਕਰਕੇ ਸੰਗਤ ਤੱਕ ਹੋਰ ਵਿਚਾਰ ਪਹੁੰਚਦੀ ਕਰਨੇ ਆ, ਸੰਗਤ ਨੂੰ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੋੜਨੇ ਆ। ਇਹ ਬਹੁਤ ਵੱਡਾ ਪੁੰਨ ਹੈ। ਸੰਤਾਂ ਮਹਾਂਪੁਰਖਾਂ ਦੇ ਕਥਨ ਕਹਿੰਦੇ, ਕਿਸੇ ਮਨੁੱਖ ਟੁੱਟੇ ਹੋਏ ਮਨੁੱਖ ਨੂੰ ਗੁਰੂ ਚਰਨਾਂ ਨਾਲ ਜੋੜ ਦੇਣਾ, ਇਹਦੇ ਵੱਡਾ ਵਰਗਾ ਪੁੰਨ ਕੋਈ ਨਹੀਂ। ਤੇ ਕਿਸੇ ਮਨੁੱਖ ਨੂੰ ਜੁੜੇ ਹੋਏ ਨੂੰ ਤਰਕ ਮਾਰ ਕੇ ਤੋੜ ਦੇਣਾ, ਇਹਦੇ ਵਰਗਾ ਪਾਪ ਕੋਈ ਨਹੀਂ। ਹੁਣ ਆਪਾਂ ਪੁੰਨ ਕਮਾ ਲਈਏ। ਇਹ ਜੋ ਚੈਨਲ ਫੇਸਬੁੱਕ, YouTube, ਇੰਸਟਾਗ੍ਰਾਮ ਇਹ ਚੈਨਲ ਚੱਲ ਰਹੇ ਨੇ, ਭਾਈ ਹਰਦੀਪ ਸਿੰਘ ਖੁਸ਼ਦਲ, ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਆਪਾਂ ਇਸ ਪੁੰਨ ਦੇ ਵਿੱਚ ਵਾਧਾ ਕਰੀਏ ਤੇ ਬਖਸ਼ਿਸ਼ ਰਹਿਮਤ ਵਰਦੀ ਹੈ ਪਿਆਰਿਓ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਪਾਤਸ਼ਾਹ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਾਜਾ ਰਤਨ ਰਾਏ ਦੇ ਉੱਤੇ ਬੜੇ ਪ੍ਰਸੰਨ ਹੋਏ, ਬੜੀ ਬਖਸ਼ਿਸ਼ ਰਹਿਮਤ ਕੀਤੀ ਸਤਿਗੁਰੂ ਜੀ ਨੇ। ਤੇ ਥਾਂ ਥਾਂ ਤੇ ਰਾਜਾ ਰਤਨ ਰਾਏ ਦੀਆਂ ਗੱਲਾਂ ਹੋ ਰਹੀਆਂ ਕਿ ਸਤਿਗੁਰੂ ਜੀ ਨੂੰ ਇਦਾਂ ਕਰਕੇ ਗੁਰੂ ਸਾਹਿਬ ਜੀ ਨੂੰ ਰਤਨ ਰਾਏ ਨੇ ਭੇਟਾਂ ਅਰਪਣ ਕੀਤੀਆਂ ਨੇ। ਬੜੇ ਖੁਸ਼ ਨੇ, ਬੜਾ ਆਨੰਦ ਹੈ। ਹੁਣ ਜਿਹੜੀਆਂ ਭੇਟਾਂ ਸਤਿਗੁਰੂ ਦੇ ਸਨਮੁਖ ਰਤਨ ਰਾਏ ਨੇ ਭੇਟ ਕੀਤੀਆਂ ਨੇ, ਉਹਨਾਂ ਭੇਟਾਂ ਨੂੰ ਪਰਖਣ ਦਾ, ਉਹਨਾਂ ਦੀ ਪ੍ਰੀਖਿਆ ਲੈਣ ਦਾ, ਇਸਤੇਮਾਲ ਕਰਨ ਦਾ, ਉਹਨਾਂ ਦੇ ਗੁਣਾਂ ਨੂੰ ਦੇਖਣ ਦਾ ਵਿਚਾਰ ਕਰਨਾ ਕੀਤਾ। ਤੇ ਰਾਜਾ ਰਤਨ ਰਾਏ ਸਤਿਗੁਰ ਦੇ ਸਨਮੁਖ ਪਹੁੰਚਿਆ, ਅਰਦਾਸ ਬੇਨਤੀ ਕੀਤੀ, ਸਤਿਗੁਰ ਦੇ ਦਰਸ਼ਨ ਕੀਤੇ, ਪਹੁੰਚਿਆ। ਉਹ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸ਼ਾਮਲ ਹੋਇਆ। ਕੀ ਦੇਖਦਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹੈ। ਸਤਿਗੁਰ ਦੇ ਪਾਵਨ ਪਵਿੱਤਰ ਅਸੀਸ ਤੇ ਸੁੰਦਰ ਦਸਤਾਰ ਸਜਾਈ ਹੈ, ਦਸਤਾਰ ਦੇ ਉੱਤੇ ਸੁੰਦਰ ਜਿਹਾ ਕਲਗੀ ਸਜਾਈ ਹੈ, ਜਿਹੜੀ ਹੀਰੇ ਜੜਤ ਹੈ ਬਹੁਤ ਵਧੀਆ ਸੋਭਦੀ ਹੈ, ਜਿਹਦੀ ਚਮਕ ਲਿਸ਼ਕ ਪੈ ਰਹੀ ਹੈ ਦੇਖਣ ਵਾਲੇ ਮਨੁੱਖ ਦੇ ਅੱਖਾਂ ਤੇ। ਹੁਣ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਮਸਤਕ ਹੈ, ਉਹ ਵੀ ਬਹੁਤ ਲਿਸ਼ਕਦਾ ਹੈ ਪ੍ਰਤਾਪ ਕਰਕੇ, ਸਤਿਗੁਰ ਦੇ ਨੂਰ ਕਰਕੇ। ਹੁਣ ਸਤਿਗੁਰ ਦੀ ਕਿਰਪਾ ਰਹਿਮਤ ਵਰਤੀ, ਸੁੰਦਰ ਪਾਵਨ ਪਵਿੱਤਰ ਕੋਮਲ ਮੁਖੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਅਜੇ ਥੋੜਾ ਥੋੜਾ ਦਾੜਾ ਫੁੱਟ ਰਿਹਾ ਹੈ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਸਤਿਗੁਰੂ ਜੀ ਦੇ ਲੰਮਾ ਚੋਲਾ ਪਹਿਨਿਆ, ਚੋਲੇ ਦੇ ਉੱਤੋਂ ਦੀ ਸੁੰਦਰ ਮੋਤੀਆਂ ਦੀ, ਸੁੱਚੇ ਮੋਤੀਆਂ ਦੀ ਮਾਲਾ ਪਹਿਨੀ ਹੈ, ਬਾਜੂ ਬੰਦ ਪਹਿਨੇ ਹੋਏ ਨੇ, ਸੋਨੇ ਦੇ ਕੰਗਰ ਪਹਿਨੇ ਸਤਿਗੁਰ ਨੇ, ਸ੍ਰੀ ਸਾਹਿਬ ਪਹਿਨੀ ਹੋਈ ਹੈ, ਕਮਰ ਕਸਾ ਕੀਤਾ, ਬੜੇ ਸੁੰਦਰ ਲੱਗ ਰਹੇ ਨੇ। ਚੂੜੀਦਾਰ ਪਜਾਮਾ ਪਹਿਨਿਆ, ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸਤਿਗੁਰੂ ਜੀ ਨੇ ਸੁੰਦਰ ਜੋੜਾ ਪਹਿਨਣਾ ਕੀਤਾ, ਬਹੁਤ ਸੁੰਦਰ ਲੱਗ ਰਹੇ ਨੇ। ਵੇਖਣ ਵਾਲੇ ਦੇ ਮਨੁੱਖ ਦੇ ਹਿਰਦੇ ਵਿੱਚ ਸਤਿਗੁਰੂ ਜੀ ਬੜੇ ਪਿਆਰੇ ਲੱਗ ਰਹੇ ਆ। ਹੁਣ ਇਦਾਂ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ ਵਿੱਚ ਸੱਜ ਕੇ ਸਤਿਗੁਰੂ ਜੀ ਵਿਰਾਜਮਾਨ ਬੈਠੇ ਆ, ਸੰਗਤਾਂ ਨੂੰ ਸ਼ੁਭ ਉਪਦੇਸ਼ ਪ੍ਰਦਾਨ ਕਰ ਰਹੇ ਨੇ। ਜੋ ਵੀ ਆਉਂਦਾ ਸਤਿਗੁਰੂ ਦੇ ਦਰਸ਼ਨ ਕਰਕੇ ਬੜਾ ਖੁਸ਼ ਹੁੰਦਾ, ਬੜਾ ਆਨੰਦਿਤ ਹੁੰਦਾ। ਇਦਾਂ ਸਮਾਂ ਬਤੀਤ ਹੁੰਦਾ ਗਿਆ ਪੂਰੇ ਪਿਆਰਿਓ। ਸਤਿਗੁਰੂ ਦੇ ਸਨਮੁਖ ਜਦੋਂ ਰਾਜਾ ਰਤਨ ਰਾਏ ਪਹੁੰਚਿਆ, ਉਹਨੇ ਦਰਸ਼ਨ ਕੀਤੇ, ਦਰਸ਼ਨ ਕਰਕੇ ਦਗ ਦਗ ਮਨ ਹੋ ਗਿਆ, ਅੰਦਰੋਂ ਹਿਰਦਾ ਖੁਸ਼ ਹੋ ਗਿਆ। ਸਤਿਗੁਰ ਦੇ ਦਰਸ਼ਨ ਕੀਤੇ, ਮਨ ਦੇ ਵਿੱਚ ਬਹੁਤ ਪਿਆਸ ਲੱਗੀ ਸੀ ਦਰਸ਼ਨਾਂ ਦੀ, ਬੜਾ ਖੁਸ਼ ਹੋਇਆ।
ਕੋਲੇ ਜਾ ਕੇ ਨਮਸਕਾਰ ਕੀਤੀ। ਪਾਵਨ ਪਵਿੱਤਰ ਚਰਨਾਂ ਤੇ ਸੀਸ ਧਰਤਾ ਸਤਿਗੁਰ ਦੇ। ਸਤਿਗੁਰ ਜੀ ਚਰਨਾਂ ਦੇ ਨਾਲ ਜੋੜ ਲਓ। ਕਿਉਂਕਿ ਚਰਨਾਂ ਦੇ ਨਾਲ ਜੁੜਿਆਂ ਨੂੰ ਬਹੁਤ ਜ਼ਿਆਦਾ ਆਨੰਦ ਹੈ, ਬੜੀ ਖੁਸ਼ੀ ਹੈ, ਬੜਾ ਸੁੱਖ ਹੈ, ਬੜਾ ਸਕੂਨ ਹੈ। ਚਰਨਾਂ ਦੇ ਨਾਲ ਜੋੜ ਲਓ, ਚਰਨਾਂ ਤੋਂ ਦੂਰ ਨਾ ਕਰਿਓ। ਹੁਣ ਬੇਨਤੀ ਕਰ ਲੱਗਿਆ, ਅਰਜ ਕਰ ਲੱਗਿਆ, ਦਾਤਾ ਰੱਖ ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ। ਬੁਰੇ ਭਲੇ ਹਾਂ ਦਰ ਤੋਂ ਨਾ ਮੋੜੀ, ਲੱਗੀ ਪ੍ਰੀਤ ਦੇ ਖੌਗਣ ਨਾ ਤੋੜੀ। ਦਾਤਾ ਗਰੀਬ ਨਾ ਵੀ ਰੱਖਣਾ ਖਿਆਲ, ਚਰਨਾਂ ਦੀ ਮੌਜ ਵੜੀ। ਦਾਤਾ ਰੱਖ ਚਰਨਾਂ ਦੇ ਨਾਲ। ਇਦਾਂ ਅਰਦਾਸ ਬੇਨਤੀਆਂ ਪਿਆ ਕਰਦਾ। ਹੁਣ ਚਰਨਾਂ ਤੇ ਡਿੱਗੇ ਪਏ ਰਾਜਾ ਰਤਨ ਰਾਏ ਨੂੰ ਸਤਿਗੁਰੂ ਜੀ ਨੇ ਚੁੱਕਿਆ। ਇਦਾਂ ਦੀ ਭਾਵਨਾ, ਇਦਾਂ ਦਾ ਪਿਆਰ ਸਤਿਗੁਰੂ ਜੀ ਦੇਖ ਕੇ ਪਤੀਜ ਗਏ ਨੇ, ਪ੍ਰਸੰਨ ਹੋ ਗਏ ਨੇ, ਮਿਹਰਬਾਨ ਦਇਆਵਾਨ ਹੋ ਗਏ ਨੇ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਾਜੇ ਰਤਨ ਰਾਏ ਦੇ ਮਨ ਦੀ ਭਾਵਨਾਵਾਂ ਸੰਪੰਨ ਕੀਤੀ। ਉਸ ਵੇਲੇ ਮੰਤਰੀਆਂ ਸੰਤਰੀਆਂ ਨੇ ਸਤਿਗੁਰ ਦੇ ਦਰਸ਼ਨ ਕੀਤੇ, ਚਰਨਾਂ ਤੇ ਨਮਸਕਾਰ ਕੀਤੀ ਹੈ ਤੇ ਸਤਿਗੁਰ ਦੇ ਦਰਸ਼ਨਾਂ ਦੀਦਾਰੇ ਪ੍ਰਾਪਤ ਕੀਤੇ। ਸਾਰਾ ਦਿਨ ਬਚਨ ਵਿਲਾਸ ਹੁੰਦੇ ਰਹੇ। ਸਤਿਗੁਰ ਦੇ ਪਾਵਨ ਪਵਿੱਤਰ ਮੁਖਾਰਬਿੰਦ ਵਿੱਚੋਂ ਜੋ ਵੀ ਵਚਨ ਉਤਪੰਨ ਹੁੰਦਾ, ਉਹ ਵਚਨ ਕਹਿੰਦੇ ਹਿਰਦੇ ਵਿੱਚ ਇਦਾਂ ਗੁਰਸਿੱਖਾਂ ਦੇ ਪਿਆਰ ਦੇ ਨਾਲ, ਭਾਵਨਾ ਦੇ ਨਾਲ ਪ੍ਰਾਪਤ ਹੁੰਦਾ। ਸਤਿਗੁਰ ਦੀ ਕਿਰਪਾ ਰਹਿਮਤ ਵਰਤਦੀ, ਆਨੰਦ ਬਣ ਜਾਂਦਾ, ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਂਦੀਆਂ, ਸਕੂਨ ਪ੍ਰਾਪਤ ਹੁੰਦਾ। ਤਪਦੇ ਬਲਦੇ ਸੜਦੇ ਹਿਰਦੇ ਨੂੰ ਇਦਾਂ ਸਤਿਗੁਰ ਦੀ ਪ੍ਰਾਪਤੀ ਹੋ ਜਾਂਦੀ। ਉਸ ਵੇਲੇ ਰਾਜਾ ਰਤਨ ਰਾਏ ਨੇ ਦਰਸ਼ਨ ਕੀਤੇ, ਨਾਲ ਮੰਤਰੀਆਂ ਸੰਤਰੀਆਂ ਨੇ ਦਰਸ਼ਨ ਕੀਤੇ। ਦੀ ਮਾਂ ਆਈ ਹੈ ਨਾਲ ਰਾਣੀ, ਉਹਨੇ ਵੀ ਦਰਸ਼ਨ ਕੀਤੇ। ਸਤਿਗੁਰ ਦੇ ਦਰਸ਼ਨ ਬਹੁਤ ਦੁਰਲੱਭ ਨੇ। ਹੁਣ ਬਚਨ ਵਿਲਾਸ ਹੁੰਦੇ ਰਹੇ। ਸ਼ਾਮ ਪੈ ਗਈ, ਦੂਜਾ ਦਿਨ ਉਦੇ ਹੋਇਆ ਤੇ ਹੁਣ ਸਤਿਗੁਰ ਦੇ ਸਨਮੁਖ ਰਾਜਾ ਰਤਨ ਦੁਆਰਾ ਫੇਰ ਸਤਿਗੁਰ ਦੇ ਪਾਵਨ ਪਵਿੱਤਰ ਸਨਮੁਖ ਪਹੁੰਚਿਆ ਤੇ ਰਾਜਾ ਰਤਨ ਰਾਏ ਨੇ ਬੇਨਤੀ ਕੀਤੀ, ਸਤਿਗੁਰ ਜੀ ਹੁਣ ਉਹਨਾਂ ਸ਼ਾਸਤਰਾਂ ਨੂੰ, ਉਹਨਾਂ ਬਸਤਰਾਂ ਨੂੰ, ਉਹਨਾਂ ਘੋੜਿਆਂ ਨੂੰ, ਹਾਥੀ ਨੂੰ, ਚੰਦਨ ਦੀ ਚੌਂਕੀ ਨੂੰ, ਪੰਜ ਕਲਾ ਸ਼ਾਸਤਰ ਨੂੰ ਪਰਖ ਲਓ। ਕਿਉਂਕਿ ਪਰਖੇ ਜਾਣ ਸਮਾਂ ਲੋੜ ਪੈਣ ਤੇ ਹਥਿਆਰ ਯਾਰ ਕਦੇ ਧੋਖਾ ਨਹੀਂ ਦਿੰਦੇ। ਆਪ ਜੀ ਕਿਰਪਾ ਕਰੋ, ਸਮੇਂ ਨੂੰ, ਹਥਿਆਰ ਨੂੰ, ਯਾਰ ਨੂੰ ਪਰਖ ਲੈਣਾ ਚਾਹੀਦਾ। ਆਪ ਜੀ ਕਿਰਪਾ ਕਰ ਦਿਓ। ਉਸ ਵੇਲੇ ਹੁਕਮ ਕੀਤਾ, ਲਿਆਓ ਭਾਈ, ਜੋ ਵੀ ਸ਼ਸਤਰ ਵਸਤਰ ਲਿਆਂਦੇ ਨੇ, ਘੋੜੇ ਲਿਆਂਦੇ ਨੇ, ਪ੍ਰਸਾਦੀ ਹਾਥੀ ਲਿਆਂਦਾ, ਚੰਦਨ ਦੀ ਚੌਂਕੀ ਲਿਆਂਦੀ, ਪੰਜ ਕਲਾ ਸ਼ਸਤਰ ਲਿਆਂਦਾ, ਲਿਆਓ ਪੇਸ਼ ਕਰੋ। ਪੇਸ਼ ਕੀਤਾ ਗਿਆ। ਸਭ ਤੋਂ ਪਹਿਲੇ ਪੰਜ ਕਲਾ ਸ਼ਾਸਤਰ ਲਿਆਂਦਾ। ਪੰਜ ਕਲਾ ਸ਼ਾਸਤਰ ਭਾਵ ਇੱਕ ਸ਼ਾਸਤਰ ਹੈ, ਉਹ ਇੱਕ ਸ਼ਾਸਤਰ ਦੇ ਪੰਜ ਸ਼ਾਸਤਰ ਬਣ ਜਾਂਦੇ ਆ। ਉਹਦੇ ਵਿੱਚੋਂ ਦੀ ਪੰਜ ਸ਼ਾਸਤਰ ਬਣ ਜਾਂਦੇ। ਇੱਕ ਉਹ ਸ਼ਾਸਤਰ ਦੀ ਵਰਸ਼ੀ ਬਣਦੀ ਹੈ, ਉਸੇ ਸ਼ਾਸਤਰ ਦੀ ਕਿਰਪਾਨ ਬਣ ਜਾਂਦੀ ਹੈ, ਉਸੇ ਸ਼ਾਸਤਰ ਦਾ ਜਿਹੜਾ ਵੱਡਾ ਚਾਕੂ ਬਣ ਜਾਂਦਾ ਹੈ, ਉਸੇ ਸ਼ਾਸਤਰ ਦਾ ਪਿਸਤੌਲ ਬਣ ਜਾਂਦਾ ਹੈ। ਇਹ ਪੰਜ ਕਲਾ ਸ਼ਾਸਤਰ ਹੈ, ਪੰਜ ਸ਼ਾਸਤਰ ਬਣਦੇ ਨੇ। ਇੱਕ ਕਲਾ ਨੱਪਦੀ ਏ, ਦੂਜਾ ਸ਼ਾਸਤਰ ਬਣ ਜਾਂਦਾ। ਦੂਜੀ ਕਲਾ ਨੱਪਦੀ ਏ, ਦੂਜਾ ਸ਼ਾਸਤਰ ਬਣ ਜਾਂਦਾ। ਇਦਾਂ ਲਿਆ ਕੇ ਸਾਹਮਣੇ ਸਤਿਗੁਰ ਦੇ ਉਹ ਸ਼ਾਸਤਰ ਬਸਤਰ, ਘੋੜੇ, ਹਾਥੀ, ਸਭ ਕੁਝ ਜੋ ਵੀ ਭੇਟਾ ਕੀਤਾ ਉਹ ਲਿਆ ਕੇ ਰੱਖ ਦਿੱਤਾ। ਸੋਨੇ ਦੇ ਕੰਗਣ ਲਿਆ ਕੇ ਰੱਖ ਦਿੱਤੇ, ਅਰਪਣ ਕੀਤੇ। ਸਤਿਗੁਰੂ ਜੀ ਨੇ ਪਰਖਣਾ ਸ਼ੁਰੂ ਕੀਤੇ। ਪੰਜ ਕਲਾ ਸ਼ਾਸਤਰ ਚੁੱਕਿਆ। ਸਭ ਤੋਂ ਪਹਿਲਾਂ ਸ਼ਾਸਤਰ ਦੇ ਵਿੱਚੋਂ ਪਿਸਤੌਲ ਪ੍ਰਗਟ ਹੋਇਆ ਕਲਾ ਨੱਪਣ ਤੇ ਇੱਕ ਸਤਿਗੁਰੂ ਜੀ ਨੇ ਉਹ ਪਿਸਤੌਲ ਦੇ ਵਿੱਚੋਂ ਫਾਇਰ ਕੀਤਾ, ਹਵਾਈ ਫਾਇਰ। ਉਹਦੀ ਇੰਨੀ ਖੜਾਕ, ਇੰਨੀ ਦੂਰ ਦੀ ਮਾਰ ਸੀ ਤੇ ਵੈਰੀਆਂ ਦੇ ਕਹਿੰਦੇ ਹਿਰਦੇ ਕੰਬ ਜਾਣ ਵਾਲੀ ਉਹਦੀ ਆਵਾਜ਼, ਖੜਾਕ ਬੱਦਲ ਵਾਂਗ ਗਰਜਿਆ, ਇਦਾਂ ਦੀ ਆਵਾਜ਼। ਉਹਦੇ ਵਿੱਚੋਂ ਬਾਅਦ ਵਿੱਚੋਂ ਕਹਿੰਦੇ ਵਰਸ਼ੀ ਨਿਕਲੀ। ਉਹ ਛੋਟੀ ਜੀ ਵਰਸ਼ੀ ਹੈ,
ਤੇ ਜੇਕਰ ਸਾਹਮਣੇ ਵੈਰੀ ਦੇ ਹਿਰਦੇ ਵਿੱਚ ਉਹ ਵਰਸ਼ੀ ਦਾ ਵਾਰ ਕੀਤਾ ਜਾਵੇ ਤੇ ਕਹਿੰਦੇ ਹਿਰਦੇ ਨੂੰ ਪਾੜ ਕੇ ਦੂਜੇ ਪਾਸੇ ਦੀ ਲੰਘ ਜਾਵੇ ਵਰਸ਼ੀ, ਇਦਾਂ ਦੀ ਬਣੀ। ਬਾਅਦ ਵਿੱਚ ਕਿਰਪਾਨ ਕੱਢੀ ਗਈ ਉਸੇ ਸ਼ਸਤਰ ਦੇ ਵਿੱਚੋਂ। ਐਡੀ ਵਧੀਆ ਤਿੱਖੀ ਕਿਰਪਾਨ ਹੈ, ਲਿਸ਼ਕਦੀ ਹੈ ਅਸਮਾਨੀ ਬਿਜਲੀ ਵਾਂਗ, ਜਿਹਦੀ ਕਹਿੰਦੇ ਧਾਰ ਬਹੁਤ ਤਿੱਖੀ ਹੈ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਹੈ। ਇਦਾਂ ਸਤਿਗੁਰੂ ਜੀ ਉਸ ਸ਼ਸਤਰਾਂ ਨੂੰ ਪਰਖ ਕੇ ਦੇਖਦੇ ਆ। ਬਾਅਦ ਵਿੱਚ ਸਤਿਗੁਰੂ ਜੀ ਨੇ ਚੰਦਨ ਦੀ ਚੌਂਕੀ ਮੰਗਵਾਈ। ਲਿਆਓ ਭਾਈ ਚੰਦਨ ਦੀ ਚੌਂਕੀ। ਉਹ ਚੰਦਨ ਦੀ ਚੌਂਕੀ ਲਿਆਂਦੀ ਗਈ, ਜਿਹਦੀ ਬਹੁਤ ਜ਼ਿਆਦਾ ਕੀਮਤ ਹੈ, ਮਹਿੰਗੀ ਬਹੁਤ ਹੈ। ਲਿਆ ਕੇ ਸਤਿਗੁਰੂ ਦੇ ਸਨਮੁਖ ਅਰਪਣ ਕੀਤੀ ਤੇ ਚੰਦਨ ਦੀ ਚੌਂਕੀ ਦਾ ਇੱਕ ਬਟਨ ਪ੍ਰੈਸ ਕੀਤਾ, ਨਪਣਾ ਕੀਤਾ। ਉਸ ਬਟਨ ਦੇ ਵਿੱਚੋਂ ਚੰਦਨ ਦੀ ਚੌਂਕੀ ਦੀਆਂ ਪੁਤਲੀਆਂ ਖੁੱਲ ਗਈਆਂ, ਜਿਹੜੀਆਂ ਬੜੀਆਂ ਸੁੰਦਰ ਲੱਗਦੀਆਂ, ਬਹੁਤ ਸੋਹਣੀਆਂ ਲੱਗਦੀਆਂ ਨੇ। ਉਹਦੇ ਉੱਤੇ ਜਿਹੜੀ ਕਾਰੀਗਰ ਵੱਲੋਂ ਮੀਨਾਕਾਰੀ ਕੀਤੀ ਗਈ ਬਹੁਤ ਵਧੀਆ, ਬੜੀ ਸੁੰਦਰ ਹੈ। ਕਿੱਥੋਂ ਤੱਕ ਉਹਦੀ ਮਹਿਮਾ ਸੋਭਾ ਵਰਣਨ ਕਰੀਏ। ਕਵੀ ਸੰਤੋਖ ਸਿੰਘ ਜੀ ਲਿਖਦੇ ਆ, ਹੁਣ ਕੋਈ ਗੁਰਸਿੱਖ, ਕੋਈ ਗੁਰੂ ਦਾ ਪਿਆਰਾ ਭਾਵਨਾ ਸਹਿਤ ਕੁਝ ਵੀ ਭੇਟ ਅਰਪਣ ਕਰ ਦੇਵੇ ਸਤਿਗੁਰ ਦੇ ਸਨਮੁਖ, ਉਹ ਭੇਟ ਕਹਿੰਦੇ ਲੱਖਾਂ ਕਰੋੜਾਂ ਦੀ ਕੀਮਤ ਤੇ ਕੀ ਦੁਨੀਆ ਦੀ ਕੀਮਤ ਤੋਂ ਉੱਤੇ ਆ। ਦੁਨੀਆ ਦੀ ਜਿੰਨੀ ਵੀ ਮਾਇਆ ਉਹਦੀ ਕੀਮਤ ਅਦਾ ਨਹੀਂ ਕਰ ਸਕਦੀ। ਸਤਿਗੁਰ ਦੀ ਨਿਗਾਹ ਦੇ ਵਿੱਚ ਇਦਾਂ ਦੀ ਉਹ ਵਸਤ ਕੀਤੀ ਹੋਈ ਭੇਟਾ ਸਿੱਖ ਵੱਲੋਂ ਪਿਆਰ ਦੇ ਸੰਬੰਧ ਵਿੱਚ ਸਤਿਗੁਰ ਦੇ ਸਨਮੁਖ ਇਦਾਂ ਮੰਨੀ ਜਾਂਦੀ ਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਇਦਾਂ ਪ੍ਰਾਪਤੀ ਕੀਤੀ, ਬਖਸ਼ਿਸ਼ ਰਹਿਮਤ ਹੋਈ। ਉਹ ਚੰਦਨ ਦੀ ਚੌਂਕੀ ਬਹੁਤ ਸੁੰਦਰ ਹੈ, ਬੜੀ ਸੋਭਦੀ ਹੈ, ਬੜੀ ਆਨੰਦਦਾਇਕ ਹੈ। ਸਤਿਗੁਰੂ ਜੀ ਦੀ ਕਿਰਪਾ ਵਰਤੀ। ਉਪਰੰਤ ਸਤਿਗੁਰੂ ਜੀ ਦੇ ਸਨਮੁਖ ਕਹਿੰਦੇ ਉਹ ਪਿਆਲਾ ਭੇਟ ਕੀਤਾ, ਜਿਸ ਪਿਆਲੇ ਦੇ ਵਿੱਚੋਂ ਉਹ ਜਿਹੜਾ ਵਸਤੂ ਪਾ ਕੇ ਵਰਤੀ ਜਾਂਦੀ ਹੈ, ਬੜਾ ਆਨੰਦਦਾਇਕ ਹੈ, ਬੜਾ ਸੁੰਦਰ ਹੈ। ਉਪਰੰਤ ਸਤਿਗੁਰੂ ਜੀ ਦੇ ਸਨਮੁਖ 5 ਘੋੜੇ ਲਿਆਂਦੇ ਗਏ, ਜਿਹੜੇ ਬਹੁਤ ਚੰਚਲ ਨੇ, ਬੜੇ ਮਹਿੰਗੀ ਕੀਮਤ ਦੇ, ਬੜੀ ਉੱਚੀ, ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਨਸਲ ਦੇ ਨੇ। ਤੇ ਉਹ ਘੋੜੇ ਲਿਆਂਦੇ, ਫੁਰਤੀਲੇ ਘੋੜੇ ਆ, ਜਿਨ੍ਹਾਂ ਦੇ ਉੱਤੇ ਸੋਨੇ ਦੀਆਂ ਕਾਠੀਆਂ ਪਈਆਂ, ਨਾਲ ਉਸ ਕਾਠੀਆਂ ਦੇ ਵਿੱਚ ਹੀਰੇ ਜੜੇ ਹੋਏ ਨੇ। ਤੇ ਉਸੇ ਘੋੜਿਆਂ ਦੇ ਉੱਤੇ ਬਹੁਤ ਵਧੀਆ ਸੁੰਦਰ ਝੁੱਲ ਪਾਏ ਹੋਏ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਗੁਰੂ ਸਤਿਗੁਰੂ ਜੀ ਨੇ ਘੋੜਿਆਂ ਤੇ ਸਵਾਰੀ ਕਰਕੇ ਦੇਖੀ, ਆਨੰਦ ਪ੍ਰਾਪਤ ਹੋਇਆ। ਸਤਿਗੁਰੂ ਜੀ ਬੜੇ ਖੁਸ਼ ਨੇ। ਵਾਰੀ ਵਾਰੀ 5 ਘੋੜਿਆਂ ਦੀ ਸਵਾਰੀ ਕੀਤੀ। 5 ਘੋੜਿਆਂ ਦੀ ਸਵਾਰੀ ਕਰਕੇ ਸਤਿਗੁਰੂ ਜੀ ਪਰਖ ਕੇ ਦੇਖਦੇ, ਟਹਿਲ ਕੇ ਦੇਖਦੇ ਨੇ, ਵਰਤ ਕੇ ਦੇਖਦੇ ਕਿ ਵਾਕਈ ਜਿੰਨੀ ਇਹਨਾਂ ਦੀ ਉਸਤਤ ਕੀਤੀ ਗਈ ਹੈ ਉਨੀ ਉਸਤਤ ਦੇ ਲਾਇਕ ਹੈ ਜਾਂ ਨਹੀਂ। ਤੇ ਸਤਿਗੁਰੂ ਜੀ ਨੇ ਜਦੋਂ ਵਿਚਾਰ ਕੀਤੀ, ਪਰਖ ਕੇ ਵੇਖੇ, ਵਾਕਈ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਗੁਰਸਿੱਖ ਵੱਲੋਂ ਰਾਜਾ ਰਤਨ ਰਾਏ ਦੇ ਵੱਲੋਂ ਭੇਟ ਕੀਤੇ ਹੋਏ ਜਿਹੜੇ ਉਪਹਾਰ ਹੈ, ਉਹ ਦੁਨੀਆ ਵਿੱਚੋਂ ਲੱਭ ਕੇ ਢੂੰਡ ਕੇ ਦੁਨੀਆ ਵਿੱਚੋਂ ਟਾਮੇ ਇਦਾਂ ਦੀਆਂ ਵਸਤਾਂ ਨੇ, ਭੇਟਾਂ ਨੇ ਸਤਿਗੁਰੂ ਜੀ ਨੂੰ ਅਰਪਣ ਕੀਤੀਆਂ। ਬਾਅਦ ਵਿੱਚ ਪ੍ਰਸਾਦੀ ਹਾਥੀ ਲਿਆਂਦਾ ਗਿਆ। ਉਹ ਛੋਟੇ ਜਿਹੇ ਕੱਦ ਵਾਲਾ ਹਾਥੀ ਹੈ, ਜਿਸ ਦੀ ਸੁੰਡ ਦੀ ਨੋਕ ਤੋਂ ਲੈ ਕੇ ਪੂਰੇ ਮਸਤਕ ਦੇ ਵਿੱਚੋਂ ਦੀ ਹੁੰਦੀ ਹੋਈ, ਉੱਪਰ ਦੀ ਹਾਥੀ ਦੇ ਪਿੱਠ ਤੇ ਹੁੰਦੀ ਹੋਈ ਆਪੂਛ ਤੱਕ ਕਹਿੰਦੇ ਚਿੱਟੇ ਰੰਗ ਦੀ ਧਾਰੀ ਹੈ, ਲਕੀਰ ਹੈ। ਬਾਕੀ ਹਾਥੀ ਦਾ ਰੰਗ ਕਾਲਾ ਏ, ਛੋਟੇ ਕੱਦ ਵਾਲਾ। ਮਸਤਕ ਦੇ ਉੱਤੇ, ਮੱਥੇ ਦੇ ਉੱਤੇ ਗੋਲ ਰੋਟੀ ਕਿ ਜਿੰਨਾ ਚਿੱਟਾ ਨਿਸ਼ਾਨ ਹੈ, ਇੰਨਾ ਕੁ ਉਹਦਾ ਮੱਥਾ ਏ। ਉਹ ਪ੍ਰਸਾਦੀ ਹਾਥੀ ਇੰਨਾ ਸਿਆਣਾ। ਕਵੀ ਸੰਤੋਖ ਸਿੰਘ ਜੀ ਲਿਖਦੇ, ਰਾਜਾ ਰਤਨ ਰਾਏ ਨੇ ਉਹਦੇ ਮੰਤਰੀਆਂ ਸੰਤਰੀਆਂ ਨੇ ਦੱਸਿਆ, ਸਤਿਗੁਰੂ ਜੀ ਬਹੁਤ ਵਧੀਆ ਸਿਆਣਾ ਇਹ ਹਾਥੀ। ਇਹ ਇਦਾਂ ਦਾ ਸਿਆਣਾ ਕਹਿੰਦੇ ਜਿਵੇਂ 10 ਮਨੁੱਖ ਹੋਣ, ਉਹਨਾਂ ਵਰਗਾ ਇਹ ਕੰਮ ਇਕੱਲਾ ਹੀ ਕਰਦਾ। ਜੇਕਰ ਤੁਸੀਂ ਕਿਰਪਾ ਕਰੋ ਕਹਿੰਦੇ ਤੀਰ ਚਲਾਵੋ, ਤੁਹਾਡੇ ਤੀਰ ਉਹ ਦੂਰੋਂ ਚੁੱਕ ਕੇ ਲਿਆ ਕੇ, ਸੁੰਡ ਵਿੱਚ ਲਿਆ ਕੇ ਚੁੱਕ ਕੇ ਤੁਹਾਨੂੰ ਪਕੜਾਉਣਗੇ, ਫੜਾਉਣਗਾ।
ਬਾਅਦ ਵਿੱਚ ਆਪਣੀ ਸੁੰਡ ਦੇ ਨਾਲ ਤੁਹਾਡੇ ਚਰਨ ਵੀ ਧੋਵੇਗਾ। ਜੋ ਤੁਸੀਂ ਹੁਕਮ ਕਰੋਗੇ ਉਹਨੂੰ ਸੱਦ ਕਰਕੇ ਮੰਨੇਗਾ। ਇੰਨਾ ਕਿ ਹਾਥੀ ਸਿਖਾਇਆ ਹੋਇਆ, ਪੜ੍ਹਾਇਆ ਲਿਖਾਇਆ ਗਿਆ ਏ। ਅਕਾਲ ਪੁਰਖ ਪਰਮਾਤਮਾ ਦੀ ਕਿਰਪਾ, ਇਹਦੇ ਵਰਗਾ ਸੰਸਾਰ ਦੇ ਵਿੱਚ ਹੋਰ ਕੋਈ ਦੂਜਾ ਹੈ ਹੀ ਨਹੀਂ। ਜਿਵੇਂ ਕਹਿੰਦੇ ਇੰਦਰ ਦਾ ਹਾਥੀ ਹੈ ਨਾ, ਐਰਾਵਤ ਹਾਥੀ ਹੈ ਇੰਦਰ ਦਾ। ਉਹ ਵੱਡੇ ਸਰੀਰ ਨੂੰ ਧਾਰਨ ਕਰਕੇ ਇੰਦਰ ਦੀ ਜੋ ਰੱਖਿਆ ਕਰਦਾ, ਵਿਚਾਰ ਕਰਦਾ, ਉਹਦੀ ਸੇਵਾ ਦੇ ਵਿੱਚ ਜੁਟਦਾ। ਐਰਾਵਤ ਹਾਥੀ ਉਹਦਾ ਨਾਮ ਹੈ। ਉਹ ਐਰਾਵਤ ਹਾਥੀ ਕਹਿੰਦੇ ਦੂਜੇ ਜਨਮ ਦੇ ਵਿੱਚ ਸਰੀਰ ਧਾਰਨ ਕਰਕੇ ਤੁਹਾਡੀ ਸੇਵਾ ਦੇ ਵਿੱਚ ਬਣ ਕੇ ਜੁਟ ਕੇ ਆਇਆ। ਮੇਰੇ ਜਰੀਏ, ਸਾਡੇ ਜਰੀਏ ਤੁਹਾਡੀ ਸੇਵਾ ਦੇ ਵਿੱਚ ਆਇਆ, ਪ੍ਰਾਪਤ ਹੋਇਆ। ਦੂਜਾ ਇਹਦੇ ਨਾਲ ਦਾ ਕੋਈ ਹੈ ਹੀ ਨਹੀਂ। ਜਿਵੇਂ ਆਪ ਜੀ ਵਰਗਾ ਸੰਸਾਰ ਦੇ ਵਿੱਚ ਦੂਜਾ ਕੋਈ ਗੁਰੂ ਨਹੀਂ, ਦੂਜਾ ਕੋਈ ਸੰਸਾਰ ਦੇ ਵਿੱਚ ਪੈਦਾ ਨਹੀਂ ਹੋਇਆ ਤੁਹਾਡੇ ਸਦਰਸ਼। ਤੁਹਾਡੇ ਵਰਗਾ ਕੋਈ ਹੈ ਨਹੀਂ ਸੰਸਾਰ ਦੇ ਵਿੱਚ। ਇਦਾਂ ਦਾ ਗੁਰੂ ਕੋਈ ਨਹੀਂ ਜਿਹੜਾ ਤੁਹਾਡੇ ਵਰਗਾ ਹੋਵੇ, ਤੁਹਾਡੇ ਸਦਰਸ਼ ਹੋਵੇ, ਜਿਹਨੂੰ ਤੁਹਾਡੇ ਲਾਇਕ ਅਸੀਂ ਸਮਝ ਸਕੀਏ। ਕੋਈ ਹੈ ਹੀ ਨਹੀਂ ਇਦਾਂ ਦਾ। ਇਸੇ ਤਰ੍ਹਾਂ ਇਸ ਹਾਥੀ ਵਰਗਾ ਵੀ ਕੋਈ ਸੰਸਾਰ ਦੇ ਵਿੱਚ ਇਦਾਂ ਦਾ ਹੈ ਹੀ ਨਹੀਂ। ਇਹ ਇੱਕ ਕੇਵਲ ਵਿਸ਼ੇਸ਼ ਤੌਰ ਤੇ ਪ੍ਰਮਾਤਮਾ ਨੇ ਐਰਾਵਤ ਹਾਥੀ ਦਾ ਦੂਜਾ ਜਾਮਾ, ਇਹ ਪ੍ਰਸਾਦੀ ਹਾਥੀ ਦੇ ਰੂਪ ਦੇ ਵਿੱਚ ਤੁਹਾਨੂੰ ਪ੍ਰਦਾਨ ਕੀਤਾ ਹੈ। ਉਸ ਵੇਲੇ ਰਾਜਾ ਰਤਨ ਰਾਏ ਨੇ ਇਦਾਂ ਵਿਚਾਰ ਕੀਤੀ। ਸਤਿਗੁਰੂ ਜੀ ਕਹਿੰਦੇ ਪਰਖ ਕੇ ਤੇ ਵੇਖੀ, ਵਾਕਈ ਇਦਾਂ ਦੀ ਸੇਵਾ ਦੇ ਲਾਇਕ ਹੈ ਇਹ। ਉਸ ਵੇਲੇ ਸਤਿਗੁਰੂ ਨੇ ਸਭ ਤੋਂ ਪਹਿਲਾਂ 2 ਤੀਰ ਚਲਾਏ ਨੇ ਧਨੁੱਖ ਦੇ ਚੱਲੇ ਤੇ ਚਾੜ ਕੇ। ਹੋ ਦੂਰ ਤੱਕ ਤੀਰ ਛੱਡੇ ਨੇ। ਹਾਥੀ ਨੂੰ ਹੁਕਮ ਕੀਤਾ, ਲਿਆ ਵੀ ਤੀਰ ਚੁੱਕ ਕੇ ਲਿਆ। ਉਹ ਫਟਾਫਟ ਗਿਆ। ਜੇ ਸਾਥੀ ਦੇ ਗਲ ਵਿੱਚ ਟੱਲੀਆਂ ਪਾਈਆਂ, ਸੁੰਦਰ ਵਧੀਆ ਉੱਤੇ ਉਹਦੇ ਝੁੱਲ ਪਾਇਆ ਹੋਇਆ। ਹਾਥੀ ਦੇ ਜਿਹੜੇ ਬਾਹਰਲੇ ਦੰਦ, ਉਹਦੇ ਵਿੱਚ ਸੋਨੇ ਦੇ ਕੰਗਣ, ਦੰਦਾਂ ਦੇ ਵਿੱਚ ਚੂੜੀਆਂ ਪਾਈਆਂ ਹੋਈਆਂ ਨੇ। ਪੂਰਨ ਤੌਰ ਤੇ ਆਰ ਸ਼ਿੰਗਾਰ ਕੀਤਾ, ਸ਼ਿੰਗਾਰਿਆ ਹੋਇਆ। ਹਾਥੀ ਜਦੋਂ ਭੱਜ ਕੇ ਗਿਆ, ਉਹਦੇ ਗਲ ਵਿੱਚ ਪਾਈਆਂ ਟੱਲੀਆਂ ਛਣਕਦੀਆਂ ਨੇ, ਟਣਕਦੀਆਂ ਤੇ ਭੱਜਿਆ ਜਾਂਦਾ। ਭੱਜਿਆ ਜਾ ਕੇ ਤੀਰ ਲਿਆ ਕੇ ਸਤਿਗੁਰ ਦੇ ਪਾਵਨ ਪਵਿੱਤਰ ਸਨਮੁਖ ਰੱਖ ਦਿੱਤੇ। ਸਤਿਗੁਰੂ ਜੀ ਬੜੇ ਖੁਸ਼ ਹੋਏ। ਉਸ ਵੇਲੇ ਹਾਥੀ ਦੇ ਸੁੰਡ ਦੇ ਵਿੱਚ ਚੌਰ ਪਕੜਾ ਦਿੱਤੀ ਗਈ। ਕਹਿੰਦੇ ਚੌਰ ਵੀ ਕਰਦਾ ਹੈ। ਚੌਰ ਪਕੜਾ ਦਿੱਤੀ ਸੁੰਡ ਵਿੱਚ ਉਹਨੇ। ਹਾਥੀ ਨੇ ਉਸੇ ਤਰ੍ਹਾਂ ਜਿਵੇਂ ਆਮ ਇਨਸਾਨ ਚੌਰ ਕਰਦੇ, ਉਹਨੇ ਚੌਰ ਕੀਤੀ ਸਤਿਗੁਰ ਦੇ ਪਾਵਨ ਪਵਿੱਤਰ ਸਨਮੁਖ। ਸਤਿਗੁਰੂ ਜੀ ਬੜੇ ਖੁਸ਼ ਹੋਏ। ਬਾਅਦ ਵਿੱਚ ਉਸੇ ਹਾਥੀ ਨੇ ਆਪਣੇ ਸੁੰਡ ਦੇ ਨਾਲ ਜਲ ਪ੍ਰਾਪਤ ਕਰਕੇ ਸਤਿਗੁਰ ਦੇ ਪਾਵਨ ਪਵਿੱਤਰ ਚਰਨ ਕਮਲਾਂ ਨੂੰ ਧੋਣਾ ਕੀਤਾ। ਤੇ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਜਦੋਂ ਧੋਤਾ, ਬਾਅਦ ਵਿੱਚ ਸੁੰਦਰ ਕੱਪੜੇ, ਸਾਫ਼ ਕੱਪੜੇ ਦੇ ਨਾਲ ਪਾਵਨ ਪਵਿੱਤਰ ਚਰਨ ਸਾਫ਼ ਵੀ ਕੀਤੇ ਆ। ਇਹ ਕੁਝ ਦੇਖਦੇ ਸਤਿਗੁਰੂ ਜੀ ਬੜੇ ਹੈਰਾਨ ਹੋਏ, ਬੜੇ ਖੁਸ਼ ਹੋਏ ਨੇ। ਉਪਰੰਤ ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਸ ਹਾਥੀ ਤੋਂ ਇਹ ਸਾਰੀਆਂ ਕਲਾ ਜਿਹੜੀਆਂ ਸਾਨੂੰ ਵੇਖਣਾ ਕੀਤੀਆਂ, ਪਰਖਣਾ ਕੀਤੀਆਂ। ਸਤਿਗੁਰੂ ਜੀ ਬੜੇ ਆਨੰਦਦਾਇਕ ਆ, ਬੜੇ ਖੁਸ਼ ਨੇ। ਹਿਰਦੇ ਵਿੱਚ ਰਾਜਾ ਰਤਨ ਰਾਏ ਦੇ ਪ੍ਰਤੀ ਬੇਅੰਤ ਬਖਸ਼ਿਸ਼ਾਂ ਰਹਿਮਤਾਂ ਸਤਿਗੁਰੂ ਜੀ ਵਰਤਾ ਰਹੇ ਨੇ। ਉਪਰੰਤ ਜੋ ਵਸਤਾਂ ਲੈ ਕੇ ਆਂਦੀਆਂ, ਉਹ ਸਤਿਗੁਰ ਦੇ ਸਨਮੁਖ ਰਾਜਾ ਰਤਨ ਰਾਏ ਨੇ ਭੇਟ ਕੀਤੀਆਂ। ਸਤਿਗੁਰ ਨੇ ਜਿੰਨੀਆਂ ਵੀ ਜੋ ਵਸਤਾਂ ਸਨ, ਉਹ ਰਾਜਾ ਰਤਨ ਵੱਲੋਂ ਭੇਟ ਕੀਤੀਆਂ, ਪ੍ਰਵਾਨ ਕੀਤੀਆਂ, ਸਵੀਕਾਰ ਕੀਤੀਆਂ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ। ਹੁਣ ਇਦਾਂ ਦਾ ਆਨੰਦ ਬਣਿਆ, ਇਦਾਂ ਦੀ ਖੁਸ਼ੀ, ਇਦਾਂ ਦੀ ਪ੍ਰਸੰਨਤਾ ਬਣਨਾ ਕੀਤੀ, ਸਤਿਗੁਰੂ ਜੀ ਦੀ ਕਿਰਪਾ ਹੋਈ। ਉਪਰੰਤ ਹੁਣ ਇਹ ਜਿਹੜਾ ਪ੍ਰਸਾਦੀ ਹਾਥੀ ਹੈ, ਜਿੰਨੀ ਸੰਗਤ ਉੱਥੇ ਆਉਂਦੀ ਹੈ, ਪ੍ਰਸਾਦੀ ਹਾਥੀ ਨੂੰ ਵਿਸ਼ੇਸ਼ ਤੌਰ ਤੇ ਸੰਗਤ ਦੇਖਦੀ ਹੈ। ਪਹਿਲਾਂ ਇਹਦਾ ਨਾਮ ਪ੍ਰਸਾਦੀ ਹਾਥੀ ਨਹੀਂ ਸੀ। ਜਦੋਂ ਸਤਿਗੁਰ ਦੇ ਸਨਮੁਖ ਆਇਆ, ਗੁਰੂ ਸਤਿਗੁਰ ਨੇ ਇਹਦੇ ਗੁਣ ਦੇਖ ਕੇ, ਇਹਦੇ ਸ਼ੁਭ ਵਿਚਾਰ ਦੇਖ ਕੇ, ਇਹਦੀਆਂ ਵਿਚਾਰਾਂ ਦੇਖ ਕੇ ਇਹਦਾ ਨਾਮ ਰੱਖਿਆ। ਸਤਿਗੁਰੂ ਜੀ ਕਹਿੰਦੇ ਇਹਦਾ ਨਾਮ ਪ੍ਰਸਾਦੀ ਹਾਥੀ ਹੋਵੇਗਾ। ਉਹ ਜਦੋਂ ਨਾਮ ਲੈਂਦੇ ਨਾ, ਪ੍ਰਸਾਦੀ ਹਾਥੀ ਭੱਜਿਆ ਹੁੰਦਾ, ਦੌੜਿਆ ਹੁੰਦਾ ਸਤਿਗੁਰੂ ਜੀ ਦੇ ਕੋਲ। ਜਿਵੇਂ ਘਰ ਦੇ ਵਿੱਚ ਪਾਲਤੂ ਜਾਨਵਰ ਰੱਖੇ ਨੇ, ਪਸ਼ੂ ਪੰਛੀ ਰੱਖੇ ਨੇ,
ਆਵਾਜ਼ ਪਛਾਣ ਕੇ ਫਟਾਫਟ ਸਤਿਗੁਰ ਦੇ ਸਨਮੁਖ ਭੱਜਿਆ ਆਉਂਦਾ, ਦੌੜਿਆ ਆਉਂਦਾ। ਤੇ ਸਤਿਗੁਰ ਨੇ ਹੁਕਮ ਕੀਤਾ, ਸਿੱਖੋ ਜੋ ਵੀ ਇਸ ਹਾਥੀ ਨੂੰ ਵਸਤੂ ਚਾਹੀਦੀ ਖਾਣ ਪੀਣ ਦੀ ਮੁਹੱਈਆ ਕਰਵਾਓ, ਜੋ ਵੀ ਚਾਹੀਦਾ ਇਹਨੂੰ ਮਨ ਭਾਉਂਦਾ ਦਿੱਤਾ ਜਾਵੇ। ਤੇ ਕੁਝ ਕੁ ਸੇਵਕ ਇਹਦੀ ਸੇਵਾ ਤੇ ਰੱਖ ਦਿੱਤੇ। ਕਾਫੀ ਦਿਨਾਂ ਤੱਕ ਉਹ ਹਾਥੀ ਬੰਨ ਕੇ ਰੱਖਿਆ ਜਾਂਦਾ ਤੇ ਜਦੋਂ ਕੋਈ ਸੇਵਾ ਕਰਨੀ ਹੁੰਦੀ ਹਾਥੀ ਨੂੰ ਛੱਡ ਦਿੱਤਾ ਜਾਂਦਾ। ਨਾਲ ਸੇਵਾਦਾਰ ਤਤਪਰ ਰਹਿੰਦੇ ਸਤਿਗੁਰ ਦੇ। ਤੇ ਸਮਾਂ ਬਤੀਤ ਹੁੰਦਾ ਗਿਆ। ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਜਾ ਰਤਨ ਰਾਏ ਦੇ ਨਾਲ ਕਦੀ ਕਦੀ ਉਹ ਹਾਥੀ ਨੂੰ ਨਾਲ ਲੈ ਕੇ ਸ਼ਿਕਾਰ ਖੇਡਣ ਵੀ ਜਾਂਦੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਾਜਾ ਰਤਨ ਰਾਏ ਦੋਨੋਂ ਆਪਸ ਦੇ ਵਿੱਚ ਹਾਣੀ ਹੈ, ਕੁਝ ਕੁ ਸਾਲਾਂ ਦਾ ਹੀ ਫਰਕ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰਾਜਾ ਰਤਨ ਰਾਏ ਦਾ। ਰਾਜਾ ਰਤਨ ਰਾਏ ਸਤਿਗੁਰੂ ਜੀ ਤੋਂ ਛੋਟੀ ਉਮਰ 'ਚ ਹੈ, ਕੁਝ ਕੁ ਸਾਲਾਂ ਦੀ ਵਿੱਥ ਤੇ। ਉਸ ਵੇਲੇ ਸਤਿਗੁਰੂ ਜੀ ਬੜੇ ਪ੍ਰਸੰਨ, ਬੜੇ ਖੁਸ਼ ਹੈ। ਨਾਲ ਸੰਤਰੀ ਮੰਤਰੀ ਜਾਂਦੇ ਨੇ। ਹੁਣ ਜੰਗਲ ਦੇ ਵਿੱਚ ਜਿਹੜੇ ਜੀਵ ਜੰਤੂ ਏਦਾਂ ਦੇ ਪਸ਼ੂ ਪੰਛੀ, ਸਤਿਗੁਰੂ ਜੀ ਉਹਨਾਂ ਦਾ ਸ਼ਿਕਾਰ ਕਰਕੇ ਉਹਨਾਂ ਨੂੰ ਜੂਨਾਂ ਤੋਂ ਰਹਿਤ ਕਰ ਦਿੰਦੇ, ਮੁਕਤ ਕਰ ਦਿੰਦੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਪੂਰਨ ਤੌਰ ਤੇ ਆਨੰਦ ਬਣਨਾ ਕੀਤੇ। ਹੁਣ ਜਦੋਂ ਸੰਗਤ ਆਉਂਦੀ ਹੈ, ਪ੍ਰਸਾਦੀ ਹਾਥੀ ਨੂੰ ਦੇਖਦੀ, ਸੁੰਦਰ ਚੌਂਕੀ ਨੂੰ, 5 ਕਲਾ ਸ਼ਾਸਤਰ ਨੂੰ, 5 ਘੋੜੇ ਜਿਹੜੇ ਅਰਪਣ ਕੀਤੇ ਉਹਨਾਂ ਨੂੰ ਦੇਖਦੇ ਆ, ਬੜਾ ਆਨੰਦ ਪ੍ਰਾਪਤ ਕਰਦੇ, ਬੜੇ ਖੁਸ਼ੀ ਪ੍ਰਾਪਤ ਕਰਦੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਏਦਾਂ ਸਮਾਂ ਬਤੀਤ ਹੁੰਦਾ ਜਾਂਦਾ। ਸਤਿਗੁਰ ਦੇ ਦਰ ਘਰ ਵੇਖੇ ਖੁਸ਼ੀਆਂ ਬਣਦੀਆਂ ਰਹਿੰਦੀਆਂ। ਤੇ ਕਈ ਦਫਾ ਹੁਣ ਸਮਾਂ ਬਤੀਤ ਹੁੰਦਾ ਗਿਆ। ਰਾਜਾ ਰਤਨ ਰਾਏ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰਦਾ, ਸਤਿਗੁਰੂ ਜੀ ਹੁਣ ਆਗਿਆ ਦਿਓ ਔਰ ਆਪਣੇ ਇਲਾਕੇ ਸ਼ਾਮ ਦੇ ਵਿਖੇ ਜਾ ਕੇ ਆਪਣੇ ਰਾਜ ਬਾਗ ਦਾ ਕਾਰ ਵਿਹਾਰ ਵੇਖਾਂ, ਕਾਫੀ ਸਮਾਂ ਹੋ ਗਿਆ ਤੁਹਾਡੇ ਸਨਮੁਖ ਆਇਆ ਨੂੰ। ਤੇ ਸਤਿਗੁਰੂ ਜੀ ਕਈ ਦਫਾ ਪਿਆਰ ਦੇ ਵਿੱਚ ਰਾਜਾ ਰਤਨ ਰਾਏ ਨੂੰ ਮਨਾ ਕਰ ਦਿੰਦੇ ਜਾਣ ਤੋਂ, ਨਹੀਂ ਭਾਈ ਅਜੇ ਨਹੀਂ ਜਾਣਾ, ਅਜੇ ਰੁਕਣਾ ਪੈਣਾ, ਅਜੇ ਇਸੇ ਤਰ੍ਹਾਂ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਆਨੰਦ ਪ੍ਰਾਪਤ ਕਰਨੇ ਪੈਣੇ ਤੁਹਾਨੂੰ। ਤੇ ਰਾਜਾ ਰਤਨ ਰਾਏ ਸਤਿਗੁਰ ਦਾ ਪਾਵਨ ਪਵਿੱਤਰ ਹੁਕਮ ਮੰਨਦਿਆਂ ਹੋਇਆਂ ਜਾਣ ਤੋਂ ਰੁਕ ਜਾਂਦਾ, ਵਰਤ ਜਾਂਦਾ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਉਸ ਵੇਲੇ ਕਾਫੀ ਸਮਾਂ ਬਤੀਤ ਹੁੰਦਾ ਗਿਆ। ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਨੇ। ਇਦਾਂ ਜਦੋਂ ਥਾਂ ਥਾਂ ਤੇ ਪਤਾ ਲੱਗਿਆ ਨਾ ਸਤਿਗੁਰ ਦੇ ਸਨਮੁਖ ਬੇਸ਼ੁਮਾਰ ਕੀਮਤੀ ਭੇਟਾਂ ਅਰਪਣ ਕੀਤੀਆਂ, ਉਹ ਦੇਖ ਕੇ ਸਿੱਖ ਬੜੇ ਹੈਰਾਨ ਹੁੰਦੇ, ਬੜੇ ਅਚਰਜ ਹੁੰਦੇ ਨੇ ਕਿ ਸਤਿਗੁਰ ਦੇ ਸਨਮੁਖ ਭਾਵਨਾ ਰੱਖਣ ਵਾਲੇ, ਪਿਆਰ ਰੱਖਣ ਵਾਲੇ, ਗੁਰੂ ਦੇ ਪ੍ਰੇਮੀ, ਗੁਰੂ ਦੇ ਸ਼ਰਧਾਵਾਨ ਪਰੇ ਤੋਂ ਪਰੇ ਪਏ ਆ। ਸਤਿਗੁਰੂ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਲੇ ਸੰਸਾਰ ਦੇ ਵਿੱਚ ਬੇਅੰਤ ਨੇ। ਸਤਿਗੁਰੂ ਜੀ ਹਰੇਕ ਦੇ ਉੱਤੇ ਬਖਸ਼ਿਸ਼ਾਂ ਵਰਤਾਈ ਜਾਂਦੇ ਨੇ। ਪਰ ਉਸ ਵੇਲੇ ਪਿਆਰ ਦੇ ਵਿੱਚ ਜੇਕਰ ਕੋਈ ਮਨੁੱਖ ਕੁਝ ਵਸਤ ਭੇਟ ਕਰ ਦਵੇ, ਅਰਪਣ ਕਰ ਦਵੇ, ਉਹ ਪਰਵਾਰ ਨੇ ਸਤਿਗੁਰ ਦੇ ਦਰ ਘਰ ਵੇਖੇ। ਕੋਈ ਮਨੁੱਖ ਭਾਵੇਂ ਕੱਖ ਭੇਟ ਕਰੇ, ਕੋਈ ਭਾਵੇਂ ਲੱਖ ਭੇਟ ਕਰੇ, ਸਤਿਗੁਰ ਦੇ ਸਨਮੁਖ ਹਰੇਕ ਮਨੁੱਖ ਬਖਸ਼ਿਸ਼ ਰਹਿਮਤ ਪ੍ਰਾਪਤ ਕਰਕੇ ਜਾਂਦਾ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੁੰਦੀ, ਕੋਈ ਖਾਲੀ ਝੋਲੀ ਨਹੀਂ ਜਾਂਦਾ। ਸਤਿਗੁਰ ਦੇ ਸਨਮੁਖ ਕੇਵਲ ਭਾਵਨਾ ਹੋਣੀ ਜ਼ਰੂਰੀ ਹੈ, ਸ਼ਰਧਾ ਹੋਣੀ ਜ਼ਰੂਰੀ ਹੈ। ਫਿਰ ਭਾਵੇਂ ਕੁਝ ਭੇਟ ਕਰ ਦੋ, ਭਾਵੇਂ ਲੱਖ, ਭਾਵੇਂ ਕੱਖ, ਸਤਿਗੁਰ ਦੇ ਦਰ ਤੇ ਪ੍ਰਵਾਨ ਨੇ। ਸਤਿਗੁਰੂ ਜੀ ਪਿਆਰ ਦੇਖਦੇ, ਭਾਵਨਾ ਦੇਖਦੇ ਨੇ। ਹੁਣ ਜਿੱਥੇ ਰਾਜਾ ਰਤਨ ਰਾਏ ਨੇ ਬਹੁਤ ਮਹਿੰਗੀ ਬੇਸ਼ੁਮਾਰ ਕੀਮਤੀ ਭੇਟਾਂ ਲੈ ਕੇ ਆਇਆ, ਉਨਾ ਹੀ ਸਤਿਗੁਰ ਦੇ ਸਨਮੁਖ ਰਾਜਾ ਰਤਨ ਰਾਏ ਦਾ ਪਿਆਰ ਹੈ, ਭਾਵਨਾ ਹੈ। ਤੇ ਇੱਕ ਦਿਨ ਵਿਚਾਰ ਕੀਤੀ ਰਾਜਾ ਰਤਨ ਰਾਏ ਨੇ, ਸਤਿਗੁਰੂ ਜੀ ਆਪ ਜੀ ਦੀ ਕਿਰਪਾ ਰਹਿਮਤ ਹੋਈ, ਬੜਾ ਪਿਆਰ, ਬੜੀ ਭਾਵਨਾ, ਮਨ ਵਿੱਚ ਬਹੁਤ ਵਿਰਾਗ ਹੈ ਗੁਰੂ ਨਾਨਕ ਦੇ ਦਰ ਘਰ ਦੇ ਪ੍ਰਤੀ। ਆਪ ਜੀ ਕਿਰਪਾ ਕਰੋ, ਇਹਦਾ ਕੋਈ ਨਾ ਕੋਈ ਕਾਰਨ ਹੋਵੇਗਾ, ਕੋਈ ਨਾ ਕੋਈ ਪਿਛਲੇ ਜਨਮ ਦਾ ਸੰਬੰਧ ਜ਼ਰੂਰ ਹੋਵੇਗਾ, ਕੋਈ ਨਾ ਕੋਈ ਮੈਂ ਚੰਗੇ ਕਰਮ ਜ਼ਰੂਰ ਕੀਤੇ ਹੋਣੇ ਆ। ਪਹਿਲੇ ਨੰਬਰ ਤੇ ਰਾਜ ਭਾਗ ਪ੍ਰਾਪਤ ਹੈ, ਦੂਜੇ ਨੰਬਰ ਤੇ ਆ ਤੁਹਾਡੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਜੁੜਨ ਦੀ ਪ੍ਰਾਪਤੀ ਹੋ ਗਈ ਹੈ। ਕੁਝ ਨਾ ਕੁਝ ਦੇ ਚੰਗਾ ਕੀਤਾ ਹੋਣਾ ਜਿਹਦਾ ਇਹ ਫਲ ਪ੍ਰਾਪਤ ਹੋਇਆ। ਕਿਉਂਕਿ ਗੁਰਬਾਣੀ ਕਹਿੰਦੀ ਹੈ
ਅਦ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਸਤਿਗੁਰੂ ਜੀ ਕਹਿੰਦੇ ਸੰਸਾਰ ਦੇ ਵਿੱਚ ਹਰੇਕ ਮਨੁੱਖ ਦੇ ਵਿੱਚ ਇਹ 5 ਗੁਣ ਨਹੀਂ ਹੁੰਦੇ। ਗੁਰਬਾਣੀ ਦੀ ਪੰਕਤੀ ਦੱਸਦੀ ਹੈ ਅਦ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਇਹ 5 ਗੁਣ ਹੈ। 5 ਗੁਣ ਹਰੇਕ ਦੇ ਵਿੱਚ ਨਹੀਂ ਹੁੰਦੇ, ਪਰ ਜਿਹਦੇ ਉੱਤੇ ਸਤਿਗੁਰ ਦੀ ਦਇਆ ਸਤਿਗੁਰ ਦੀ ਬਖਸ਼ਿਸ਼ ਰਹਿਮਤ ਹੈ ਉਹਨੂੰ ਇਹ 5 ਗੁਣ ਜ਼ਰੂਰ ਪ੍ਰਾਪਤ ਹੁੰਦੇ ਨੇ। ਸਤਿਗੁਰੂ ਜੀ ਕਿਰਪਾ ਕਰਦੇ। ਉਹ 5 ਗੁਣ ਕਿਹੜੇ ਆ? ਵਿਚਾਰ ਕਰੀਏ। ਅਦ ਸੁੰਦਰ, ਬਹੁਤ ਸੋਹਣਾ ਹੋਵੇ। ਕੁਲੀਨ, ਉੱਚੀ ਕੁੱਲ ਵਾਲਾ ਹੋਵੇ। ਦੂਜਾ 2 ਹੋ ਗਏ। ਚਤੁਰ, ਵਧੀਆ ਸਿਆਣਾ ਹੋਵੇ। ਮੁਖ ਗਿਆਨੀ, ਮੁਖ ਦੇ ਵਿੱਚੋਂ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੋਵੇ। ਚੌਥਾ ਗੁਣ ਹੈ ਧਨਵੰਤ, ਵਧੀਆ ਅਮੀਰ ਹੋਵੇ, ਉੱਚੇ ਘਰਾਣੇ ਤੋਂ ਹੋਵੇ। ਇਹ 5ਵਾਂ ਗੁਣ। ਅਦ ਸੁੰਦਰ, ਕੁਲੀਨ, ਚਤੁਰ, ਮੁਖ, ਗਿਆਨੀ, ਧਨਵੰਤ, 5 ਗੁਣ ਹੋ ਗਏ। 5 ਗੁਣ ਵੈਸੇ ਕਿਸੇ ਵਿੱਚ ਹੁੰਦੇ ਨਹੀਂ। ਜੇਕਰ ਕਿਸੇ ਕੋਲੇ ਮਾਇਆ ਤੇ ਉਹਦੇ ਕੋਲੇ ਕੋਈ ਨਾ ਕੋਈ ਗੁਣ ਅਧੂਰਾ ਰਹਿ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਉਹਦੀ ਉਦਾਂ ਦੀ ਫੇਸ ਦੀ ਬਣੰਤਰ ਬਣ ਜਾਂਦੀ ਹੈ। ਜਾਂ ਉਹਦੇ ਕੋਲੇ ਗਿਆਨ ਦੀਆਂ ਗੱਲਾਂ ਨਹੀਂ, ਜਾਂ ਉਹ ਚਤੁਰ ਨਹੀਂ, ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲੋਂ ਵਾਂਝਾ ਰਹਿ ਜਾਂਦਾ। ਤੇ ਜੇ ਕੋਈ ਸੁੰਦਰ ਹੈ ਤੇ ਉਹਦੇ ਕੋਲੇ ਧਨ ਦੌਲਤ ਨਹੀਂ ਹੈ, ਜਾਂ ਗਿਆਨ ਦੀਆਂ ਗੱਲਾਂ ਨਹੀਂ ਹੈ, ਜਾਂ ਫਿਰ ਸਤਿਗੁਰੂ ਜੀ ਕਹਿੰਦੇ ਉੱਚੀ ਕੁੱਲ ਵਾਲਾ ਨਹੀਂ ਹੈ। ਜੇਕਰ ਇਹ ਕੋਈ ਨਾ ਕੋਈ ਵਿੱਚੋਂ ਗੁਣ ਰਹਿ ਜਾਂਦਾ। 5 ਗੁਣ ਹਰੇਕ ਦੇ ਕੋਲ ਨਹੀਂ, ਪਰ ਜਿਹੜਾ ਸਤਿਗੁਰ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜ ਜਾਂਦਾ, ਜਿਹੜਾ ਸਤਿਗੁਰ ਦੀ ਪ੍ਰਾਪਤੀ ਕਰ ਜਾਂਦਾ। ਹੁਣ ਸਤਿਗੁਰ ਜੀ ਇਸੇ ਪੰਕਤੀ ਵਿੱਚ ਫਰਮਾਉਂਦੇ ਨੇ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜੇਕਰ ਇਹ 5 ਗੁਣ ਹੋਣ ਵੀ ਤੇ ਸਤਿਗੁਰ ਦੀ ਪ੍ਰੀਤੀ ਮਨ ਵਿੱਚ ਹੈ ਨਹੀਂ, ਤੇ ਸਤਿਗੁਰੂ ਜੀ ਕਹਿੰਦੇ ਉਹ ਮਨੁੱਖ ਮਰਿਆ ਬਰੋਬਰ ਮੰਨ ਲੈਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਜੇ ਪ੍ਰੀਤ ਨਹੀਂ ਭਗਵੰਤ, ਜੇਕਰ ਪਰਮਾਤਮਾ ਦੇ ਨਾਲ ਪ੍ਰੀਤ ਨਹੀਂ ਨਾ, ਇਹ 5 ਗੁਣ ਮਨੁੱਖ ਦੇ ਵਿਅਰਥੀ ਆ। ਹੁਣ ਰਾਜਾ ਰਤਨ ਰਾਏ ਦੀ ਪ੍ਰੀਤੀ ਹੈ ਸਤਿਗੁਰੂ ਜੀ ਦੇ ਨਾਲ, ਭਾਵਨਾ ਹੈ, ਪਿਆਰ ਹੈ, ਸ਼ਰਧਾ ਹੈ। ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ। ਉਹ ਦੱਸਿਆ ਕਹਿੰਦੇ ਭਾਈ ਰਾਜਾ ਰਤਨ ਰਾਏ ਜੀ ਪਹਿਲੇ ਜਨਮ ਦੇ ਵਿੱਚ ਤੁਸੀਂ ਗੁਰਸਿੱਖ ਸੀ, ਗੁਰੂ ਨਾਨਕ ਦੇ ਦਰਕਾਰ ਦੇ ਪ੍ਰੇਮੀ ਸ਼ਰਧਾਵਾਨ ਸੀ, ਤੁਹਾਡੇ ਤੇ ਕਿਰਪਾ ਹੋਈ, ਤੁਹਾਡੀ ਭਾਵਨਾ ਸੀ, ਇਦਾਂ ਦੀ ਵਿਚਾਰ ਸੀ। ਗੁਰੂ ਨਾਨਕ ਦੇ ਦਰਕਾਰ ਦੇ ਵਿੱਚੋਂ ਤੁਹਾਨੂੰ ਇਹ ਬਖਸ਼ਿਸ਼ ਪ੍ਰਾਪਤ ਹੋਈ, ਦਾਤ ਪ੍ਰਾਪਤ ਹੋਈ, ਰਾਜੇ ਦੀ ਪਦਵੀ ਪ੍ਰਾਪਤ ਹੋਈ ਹੈ। ਤੁਹਾਡਾ ਬਚਨ ਵੀ ਸਾਡੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ, ਉਹਨਾਂ ਦੇ ਬਚਨਾਂ ਦੇ ਨਾਲ ਜਨਮ ਹੋਣਾ ਕੀਤਾ। ਇਹ ਸਾਰੀ ਵਾਰਤਾ ਦਸੀ। ਤੇ ਰਾਜਾ ਰਤਨ ਰਾਏ ਦੀ ਹੋਰ ਭਾਵਨਾ ਸਤਿਗੁਰ ਦੇ ਸਨਮੁਖ ਬਣੀ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੀ ਪਹੁਲ ਪ੍ਰਾਪਤ ਕੀਤੀ ਹੈ। ਜਿੰਨੇ ਮੰਤਰੀ ਸੰਤਰੀ ਆਏ ਸਨ ਉਹਨਾਂ ਨੇ ਵੀ ਚਰਨਾਂ ਦੀ ਪਹੁਲ ਪ੍ਰਾਪਤ ਕੀਤੀ। ਚਰਨਾਂ ਦੀ ਪਹੁਲ ਦਾ ਭਾਵ ਹੈ ਜਿਵੇਂ ਹੁਣ ਅਜੋਕੇ ਸਮੇਂ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਨਾ, ਪਹਿਲਾਂ ਅੰਮ੍ਰਿਤ ਦੀ ਦਾਤ ਨਹੀਂ ਸੀ ਦਿੱਤੀ ਜਾਂਦੀ। ਸਤਿਗੁਰ ਦੇ ਪਾਵਨ ਪਵਿੱਤਰ ਚਰਨ ਧੋ ਕੇ ਉਹ ਜਿਹੜਾ ਜਲ ਸੀ ਸੰਗਤਾਂ ਨੂੰ ਪਿਲਾ ਦਿੱਤਾ ਜਾਂਦਾ, ਛਕਾ ਦਿੱਤਾ ਜਾਂਦਾ ਸੀ। ਉਹਨੂੰ ਚਰਨ ਪੌਲ ਕਹਿੰਦੇ ਸਨ। ਸਿੱਖੀ ਪ੍ਰਾਪਤ ਹੋ ਜਾਣ ਦੀ ਨਿਸ਼ਾਨੀ ਕਹਿੰਦੇ ਸਨ। ਸਤਿਗੁਰੂ ਜੀ ਦੀ ਕਿਰਪਾ ਹੋਈ। ਹੁਣ ਉਹ ਰਾਜਾ ਰਤਨ ਰਾਏ ਨੇ ਚਰਨ ਪੌਲ ਪ੍ਰਾਪਤ ਕੀਤੀ, ਸਿੱਖੀ ਪ੍ਰਾਪਤ ਕੀਤੀ ਹੈ। ਜਿੰਨੇ ਮੰਤਰੀ ਸੰਤਰੀ ਉਹਨਾਂ ਨੇ ਸਿੱਖੀ ਪ੍ਰਾਪਤ ਕੀਤੀ, ਆਪਣੇ ਆਪ ਉੱਤਮ ਭਾਗ ਸਮਝਣਾ ਕੀਤੇ। ਸਤਿਗੁਰੂ ਜੀ ਦੀ ਕਿਰਪਾ ਵਰਤੀ। ਸਾਰਿਆਂ ਨੇ ਜਦੋਂ ਇਦਾਂ ਸਿੱਖੀ ਪ੍ਰਾਪਤ ਕੀਤੀ ਹੈ, ਹੁਣ ਰਾਜਾ ਰਤਨ ਰਾਏ ਨੇ ਬੇਨਤੀ ਕੀਤੀ ਸਤਿਗੁਰੂ ਜੀ ਹੁਣ ਆਗਿਆ ਦਿਓ, ਹੁਣ ਵਾਪਸ ਇੱਧਰ ਸ਼ਾਮ ਵੱਲ ਜਾਣਾ ਚਾਹੁੰਦੇ ਹਾਂ। ਸਤਿਗੁਰੂ ਜੀ ਦੀ ਕਿਰਪਾ ਵਰਤੀ। ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਭਾਈ ਜਿਵੇਂ ਹੁਣ ਤੁਹਾਡੀ ਮਰਜ਼ੀ ਹੈ। ਹੁਣ ਰਾਜਾ ਰਤਨ ਰਾਏ ਦਾ ਵਿਛੜਨ ਨੂੰ ਮਨ ਤੇ ਨਹੀਂ ਕਰਦਾ, ਪਿਆਰ ਦੇ ਵਿੱਚ ਭਾਵਨਾ ਦੇ ਵਿੱਚ, ਪਰ ਜਿਹੜੇ ਸੰਸਾਰਕ ਕਈ ਦਫਾ ਮਜਬੂਰੀਆਂ ਹੁੰਦੀਆਂ, ਉਦਾਂ ਦੀਆਂ ਵਿਚਾਰਾਂ ਹੁੰਦੀਆਂ ਨੇ ਕਿ ਸਤਿਗੁਰੂ ਜੀ ਤੋਂ ਵਾਪਸ ਆਪਣੇ ਕੰਮਾਂ ਕਾਰਾਂ ਦੇ ਵਿੱਚ ਆ ਕੇ ਉਸੇ ਤਰ੍ਹਾਂ ਜੁਟਣਾ ਪੈਂਦਾ।
ਸੰਸਾਰ ਦੇ ਕੰਮ ਕਾਜ ਵੀ ਜ਼ਰੂਰੀ ਨੇ, ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਕਰਨੀ ਵੀ ਜ਼ਰੂਰੀ ਹੈ। ਇਸੇ ਤਰ੍ਹਾਂ ਰਾਜਾ ਰਤਨ ਰਾਏ ਨੇ ਆਗਿਆ ਪ੍ਰਾਪਤ ਕਰਕੇ ਆਪਣੇ ਮੰਤਰੀਆਂ ਸੰਤਰੀਆਂ ਸਮੇਤ ਅਸਾਮ ਵੱਲ ਜਾਣ ਦੀ ਤਿਆਰੀ ਕੀਤੀ। ਸਤਿਗੁਰੂ ਜੀ ਦੀ ਕਿਰਪਾ ਵਰਤੀ, ਜਿੰਨੇ ਵੀ ਸਾਜੇ ਸਮਾਨ ਸਨ ਮੰਤਰੀ ਸੰਤਰੀ, ਉਹਨਾਂ ਨੇ ਕਮਰ ਕਸੇ ਕੀਤੇ ਅਸਾਮ ਦੇ ਰਸਤੇ ਤੇ ਪੈ ਗਏ। ਆਖਰਕਾਰ ਲੰਮਾ ਸਫ਼ਰ ਕਰਦੇ ਤੈਅ ਕਰਦੇ ਅਸਾਮ ਰਾਜਾ ਰਤਨ ਆਪਣੇ ਵਾਪਸ ਇਲਾਕੇ ਦੇ ਵਿੱਚ ਪਹੁੰਚ ਜਾਣਾ ਕੀਤਾ। ਸਤਿਗੁਰੂ ਜੀ ਦੀ ਕਿਰਪਾ ਹੋਈ। ਹੁਣ ਇੱਧਰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰ ਦੀ ਮਹਿਮਾ ਇਹਦੇ ਨਾਲੋਂ ਦੂਣੀ ਚੌਣੀ ਸੰਸਾਰ ਦੇ ਵਿੱਚ ਹੋਰ ਫੈਲ ਗਈ। ਸਤਿਗੁਰੂ ਜੀ ਦੀ ਕਿਰਪਾ ਹੋਈ। ਤਾਂ ਤੇ ਆਓ ਪਿਆਰੀ ਸੰਗਤ ਜੀਓ, ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੀ ਸਮਾਂ ਸਮਾਪਤ ਹੋ ਚੁੱਕਿਆ। ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਗੇ ਕਿਵੇਂ ਕਰਕੇ ਸਤਿਗੁਰੂ ਜੀ ਦੇ ਸਨਮੁਖ ਜੋ ਵਿਚਾਰਾਂ ਹੁੰਦੀਆਂ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸੁਸ਼ੋਭਿਤ ਨੇ, ਹੋਰ ਕੀ ਬਖਸ਼ਿਸ਼ਾਂ ਵਰਤਾਉਂਦੇ। ਰਹਿੰਦੀ ਵਿਚਾਰ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇਥੋਂ ਤੱਕ ਪ੍ਰਵਾਨ ਕਰਨੇ। ਆਓ ਸਤਿਗੁਰੂ ਜੀ ਦੇ ਸਨਮੁਖ ਸਮਾਪਤੀ ਕਰਨ ਦਾ ਯਤਨ ਕਰੀਏ। ਆਪ ਸੰਗਤ ਨੂੰ ਬੇਨਤੀ ਕਰਾਂ ਪਿਆਰਿਓ ਕਿ ਇਹ ਜੋ ਚੈਨਲ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਦੁਆਰਾ ਭਾਈ ਹਰਦੀਪ ਸਿੰਘ ਖੁਸ਼ਦਿਲ, ਇਹ ਫੇਸਬੁੱਕ ਚੈਨਲ, YouTube, ਇੰਸਟਾਗ੍ਰਾਮ, ਇਹ ਚੈਨਲ ਸਾਡੇ ਚੱਲ ਰਹੇ ਨੇ, ਜੋ ਕਿ ਕਥਾ ਕੀਰਤਨ ਗੁਰਬਾਣੀ ਦੇ ਆਧਾਰ ਤੇ ਹਨ। ਇਹਨਾਂ ਚੈਨਲਾਂ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ, ਲਾਈਕ, ਸ਼ੇਅਰ, ਕਮੈਂਟ, ਫੋਲੋ ਕਰਨ ਦੀ ਕਿਰਪਾਲਤਾ ਕਰੋ ਜੀ, ਤਾਂ ਕਿ ਆਪ ਸੰਗਤ ਨੂੰ ਘਰ ਬੈਠਿਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਸਤਿਗੁਰ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਆਨੰਦ ਮਾਣਨ ਦਾ ਸੁਭਾਗ ਪ੍ਰਾਪਤ ਹੋ ਸਕੇ। ਸੋ ਵੱਧ ਤੋਂ ਵੱਧ ਆਪ ਸੰਗਤਾਂ ਇਸ ਚੈਨਲ ਦਾ ਸਪੋਰਟ ਕਰੋ, ਸਾਥ ਦੇਣ ਦਾ ਯਤਨ ਕਰੋ, ਬੇਨਤੀ ਪ੍ਰਵਾਨ ਕਰਿਓ। ਆਓ ਇਤਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਦੇ ਨੇ।